ਚਵਰ ਛਤਰ ਤਖਤ ਦੇ ਮਾਲਕ, ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਰਹੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ। ਆਪ ਜੀ ਬੜੇ ਪਿਆਰ ਨਾਲ ਰੱਬੀ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸ਼ਰਵਣ ਕਰ ਰਹੀ ਸੀ। ਆਓ ਸਮਾਂ ਹੈ ਗੁਰ ਇਤਿਹਾਸਕ ਵਿਚਾਰਾਂ ਦਾ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਮਾਈ ਭਾਈ ਅਸੀਸ ਬਖਸ਼ੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਰੋਜ਼ ਆਪਾਂ ਵਿਚਾਰ ਸਾਂਝੀ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਖਿਦਰਾਣੇ ਦੀ ਢਾਬ ਦੇ ਉੱਤੇ ਅਦੁੱਤੀ ਆਖਰੀ ਜੰਗ ਮਹਾਰਾਜ ਨੇ ਲੜਿਆ ਅਤੇ ਉਸ ਜੰਗ ਵਿੱਚ ਵੀ ਜਿੱਤ ਪ੍ਰਾਪਤ ਕੀਤੀ। ਵਜ਼ੀਰ ਖਾਂ ਦੀ ਹਾਰ ਹੋਈ। ਮਹਾਂ ਸਿੰਘ ਵਰਗੇ ਸਿੱਖ ਆਪਣੇ ਆਪ ਦੀ ਕੁਰਬਾਨੀ ਦੇ ਕੇ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਲੀਨ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਮੁਕਤਸਰ ਕਹਿ ਕੇ ਸੰਬੋਧਨ ਕੀਤਾ ਕਿ ਇੱਥੇ ਜਿਹੜੇ ਵੀ ਸਿੱਖ ਸ਼ਹੀਦ ਹੋਏ ਨੇ ਉਹ ਸਾਰੇ ਮੁਕਤ ਹਨ। ਮਹਾਰਾਜ ਨੇ ਆਪ ਸਿੱਖਾਂ ਦਾ ਹੱਥੀਂ ਸੰਸਕਾਰ ਕੀਤਾ। ਜਿਹੜੇ ਫੱਟੜ ਜ਼ਖਮੀ ਸਨ ਉਹਨਾਂ ਦਾ ਇਲਾਜ ਕਰਨ ਦਾ ਹੁਕਮ ਕੀਤਾ। ਜਿਹੜੇ ਇਸਲਾਮ ਮਤ ਦੇ ਲੋਕ ਸਨ, ਮਹਾਰਾਜ ਨੇ ਉਹਨਾਂ ਦੀ ਰੀਤੀ ਅਨੁਸਾਰ ਵੀ ਉਹਨਾਂ ਨੂੰ ਉੱਥੇ ਦਫਨਾਇਆ ਗਿਆ, ਕਿਉਂਕਿ ਸਤਿਗੁਰ ਪਾਤਸ਼ਾਹ ਜੀ ਬੜੇ ਦਿਆਲੂ ਨੇ, ਉਹ ਨਿਰਵੈਰ ਨੇ। ਮਹਾਰਾਜ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ। ਆਖਰ ਉਹ ਵੀ ਸੂਰਮੇ ਸਨ, ਯੋਧੇ ਸਨ, ਜੋ ਲੜਨ ਵਾਸਤੇ ਮੈਦਾਨੇ ਜੰਗ ਵਿੱਚ ਆਏ ਸਨ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਰੀਤੀ ਮੁਤਾਬਕ ਉਹਨਾਂ ਨੂੰ ਜਿਹੜਾ ਦਫਨਾਇਆ ਗਿਆ। ਜਿਹੜੇ ਸਿੱਖ ਸ਼ਹੀਦ ਹੋਏ ਸਨ ਉਹਨਾਂ ਦੇ ਸੰਸਕਾਰ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇੱਥੋਂ ਅਗਾਂਹ ਤੁਰਦੇ ਹੋਏ ਮਹਾਰਾਜ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਇੱਕ ਨਗਰ ਹੈ ਛੱਤੇਆਣਾ। ਮਹਾਰਾਜ ਜਦੋਂ ਇਸ ਨਗਰ ਵਿੱਚ ਪਹੁੰਚੇ ਤੇ ਦੋ ਘਟਨਾਵਾਂ ਦਾ ਜ਼ਿਕਰ ਇਸ ਨਗਰ ਵਿੱਚ ਆਉਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੁਝ ਮਲਵਈਆਂ ਨੂੰ, ਜਿਹੜੇ ਕਿ ਬਰਾੜ ਸਨ, ਉਹਨਾਂ ਨੂੰ ਮਹਾਰਾਜ ਨੇ ਤਨਖਾਹ 'ਤੇ ਰੱਖਿਆ ਹੋਇਆ ਸੀ। ਉਹ ਸਤਿਗੁਰ ਪਾਤਸ਼ਾਹ ਜੀ ਕੋਲੋਂ ਤਨਖਾਹਾਂ ਲੈਂਦੇ ਸਨ ਅਤੇ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿੰਦੇ ਸਨ। ਪਰ ਕਿਸੇ ਕਾਰਨ ਵਸ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਸਮੇਂ 'ਤੇ ਤਨਖਾਹ ਨਾ ਦੇ ਸਕੇ। ਇਹ ਵੀ ਗੁਰੂ ਦੀ ਇੱਕ ਖੇਡ ਹੁੰਦੀ ਹੈ। ਹੋ ਸਕਦਾ ਹੈ ਮਹਾਰਾਜ ਨੇ ਉਹਨਾਂ ਦੀ ਪ੍ਰੀਖਿਆ ਲੈਣੀ ਹੋਵੇ। ਜਦੋਂ ਉਹਨਾਂ ਦੀ ਤਨਖਾਹ ਵਿੱਚ ਦੇਰੀ ਹੋ ਗਈ ਤੇ ਉਹ ਸਾਰੇ ਬਰਾੜ ਇਕੱਠੇ ਹੋ ਕੇ ਮਹਾਰਾਜ ਦੇ ਚਰਨਾਂ ਵਿੱਚ ਚਲੇ ਗਏ ਵੀ ਸਤਿਗੁਰੂ ਜੀਓ, ਹੁਣ ਅੱਗੇ ਅਸੀਂ ਤੁਹਾਡੇ ਨਾਲ ਤਾਂ ਜਾਵਾਂਗੇ ਜੇ ਤੁਸੀਂ ਸਾਨੂੰ ਤਨਖਾਹਾਂ ਦੇਵੋਗੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਕੁਝ ਸਮਾਂ ਰੁਕ ਜਾਓ, ਤੁਹਾਨੂੰ ਤਨਖਾਹਾਂ ਮਿਲ ਜਾਣਗੀਆਂ। ਉਹਨਾਂ ਬਰਾੜਾਂ ਦਾ ਜਿਹੜਾ ਜਥੇਦਾਰ ਸੀ ਉਹਦਾ ਨਾਂ ਸੀ ਭਾਈ ਦਾਨਾ। ਭਾਈ ਦਾਨਾ ਬੜਾ ਸ਼ਰਧਾਲੂ ਸੀ, ਮਹਾਰਾਜ ਪਾਤਸ਼ਾਹ ਜੀ ਦਾ ਪਿਆਰਾ, ਮਹਾਰਾਜ ਨੂੰ ਪ੍ਰੇਮ ਕਰਨ ਵਾਲਾ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਰਾੜਾਂ ਨੂੰ ਆਖਿਆ ਵੀ ਕੁਝ ਸਮਾਂ ਰੁਕ ਜਾਵੋ, ਪਰ ਉਹ ਆਖਣ ਲੱਗੇ ਨਹੀਂ, ਸਾਨੂੰ ਤੇ ਤਨਖਾਹਾਂ ਚਾਹੀਦੀਆਂ ਨੇ। ਇਤਿਹਾਸਕਾਰ ਲਿਖਦੇ ਨੇ ਵੀ ਇੰਨੇ ਕੁ ਸਮੇਂ ਨੂੰ ਜਦੋਂ ਵਾਰਤਾ ਹੋ ਹੀ ਰਹੀ ਹੈ, ਕੁਝ ਸਿੱਖ ਆਏ ਜਿਹੜੇ ਦਸਵੰਧ ਦੀ ਮਾਇਆ ਲੈ ਕੇ ਪਹੁੰਚੇ ਸਨ। ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦਸਵੰਧ ਦੀ ਮਾਇਆ ਰੱਖੀ। ਮਹਾਰਾਜ ਨੇ ਉਹ ਮਾਇਆ ਲੈ ਕੇ ਉਹਨਾਂ ਬਰਾੜਾਂ ਨੂੰ ਮਹਾਰਾਜ ਨੇ ਇਹ ਬਚਨ ਆਖਿਆ, ਭਾਈ ਸਿੱਖੀ ਚਾਹੀਦੀ ਏ ਕਿ ਤਨਖਾਹ ਚਾਹੀਦੀ ਹੈ। ਹੁਣ ਉਹ ਸਾਰੇ ਕਹਿਣ ਲੱਗੇ ਵੀ ਸਿੱਖ ਤੇ ਅਸੀਂ ਹੈ ਹੀ, ਸਾਨੂੰ ਤਨਖਾਹਾਂ ਚਾਹੀਦੀਆਂ ਨੇ। ਮਹਾਰਾਜ ਨੇ ਉਹਨਾਂ ਸਾਰਿਆਂ ਨੂੰ ਤਨਖਾਹਾਂ ਦਿੱਤੀਆਂ। ਨਾਲ ਹੀ ਆਵਾਜ਼ ਮਾਰੀ, ਕਹਿਣ ਲੱਗੇ ਭਾਈ ਸਿੰਘ ਦਾਨਿਆ, ਤੈਨੂੰ ਸਿੱਖੀ ਚਾਹੀਦੀ ਹੈ, ਕਿਉਂਕਿ ਉਹ ਉਹਨਾਂ ਦਾ ਜਥੇਦਾਰ ਸੀ, ਆਗੂ ਸੀ।
ਤੈਨੂੰ ਸਿੱਖੀ ਚਾਹੀਦੀ ਹੈ ਕਿ ਤਨਖਾਹ? ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਮੈਨੂੰ ਤਰੁੱਠੇ ਉੱਤੇ ਸਿੱਖੀ ਦੀ ਦਾਤ ਦੇ ਦਿਓ, ਮੇਰੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦਿਓ, ਮੈਨੂੰ ਤਨਖਾਹ ਨਹੀਂ ਚਾਹੀਦੀ। ਮਹਾਰਾਜ ਨੇ ਰਹਿਮਤ ਕੀਤੀ। ਭਾਈ ਦਾਨੇ ਨੇ ਅੰਮ੍ਰਿਤ ਛਕ ਕੇ ਭਾਈ ਦਾਨੇ ਤੋਂ ਦਾਨ ਸਿੰਘ ਬਣ ਗਿਆ ਅਤੇ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੀ ਉਹਨੇ ਜੀਵਨ ਗੁਜ਼ਾਰਨ ਦਾ ਮਨ ਬਣਾਇਆ। ਬਾਕੀ ਬਰਾੜ ਵਾਪਸ ਚਲੇ ਗਏ, ਪਰ ਉਹ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਸਿੰਘ ਸੱਜ ਕੇ ਅਤੇ ਸੇਵਾ ਵਿੱਚ ਰਹਿਣ ਲੱਗ ਪਿਆ। ਇਸੇ ਹੀ ਛੱਤੇ ਆਣੇ ਵਿੱਚ ਇੱਕ ਹੋਰ ਘਟਨਾ ਦਾ ਜ਼ਿਕਰ ਆਉਂਦਾ ਹੈ। ਇੱਥੇ ਇੱਕ ਮੁਸਲਮਾਨ ਰਹਿੰਦਾ ਸੀ ਜਿਹਦਾ ਨਾਂ ਇਬਰਾਹਿਮ ਸੀ, ਉਹ ਫਕੀਰ ਸੀ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਉਹ ਇੰਨਾ ਮੁਸਲਮਾਨ ਪ੍ਰਭਾਵਿਤ ਹੋ ਗਿਆ, ਉਹਨੇ ਹੱਥ ਜੋੜ ਕੇ ਆਖਿਆ, ਸਤਿਗੁਰੂ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਉਸ ਮੁਸਲਮਾਨ ਫਕੀਰ ਨੇ, ਕਿਉਂਕਿ ਲੋਕ ਆਖਦੇ ਸਨ ਵੀ ਉਹ ਬੜਾ ਵਹਿਮੀ ਹੈ, ਉਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਤਿਗੁਰ ਪਾਤਸ਼ਾਹ ਜੀ ਨੇ ਉਹਦਾ ਨਾਮ ਰੱਖਿਆ ਅਜਮੇਰ ਸਿੰਘ। ਅਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦਾ ਹੁੰਦਾ ਸੀ। ਕੋਈ ਵੀ ਗੱਲ ਉਹਨੇ ਕਰਨੀ ਅਤੇ ਉਹਦੇ ਮੁਖ ਤੋਂ ਇੱਕੋ ਹੀ ਗੱਲ ਨਿਕਲਣੀ, ਇਹ ਤਾਂ ਗੁਰੂ ਦੀ ਮਹਿਮਾ ਹੈ। ਕੋਈ ਵੀ ਕਾਰਜ ਹੋ ਜਾਣਾ, ਉਹਨੇ ਆਪਣੇ ਮੁਖ ਤੋਂ ਕੋਈ ਵੀ ਗੱਲ ਕਰਨੀ, ਉਹਨੇ ਆਖਣਾ ਗੁਰੂ ਦੀ ਮਹਿਮਾ ਹੈ। ਅੱਜ ਵੀ ਕਈ ਗੁਰਸਿੱਖ ਪਿਆਰੇ ਨੇ, ਉਹਨਾਂ ਦੀ ਜ਼ੁਬਾਨ ਤੋਂ ਇੱਕੋ ਹੀ ਸ਼ਬਦ ਨਿਕਲੇਗਾ। ਕੋਈ ਵੀ ਕਾਰਜ ਹੋ ਜਾਵੇ, ਉਹ ਆਖਣਗੇ ਗੁਰੂ ਦੀ ਮਿਹਰ ਹੈ। ਕੋਈ ਵੀ ਕਾਰਜ ਜੀਵਨ ਦਾ ਹੋਵੇ, ਉਹਨਾਂ ਦੇ ਮੁਖ ਤੋਂ ਇਹ ਗੁਰੂ ਦੀ ਮਿਹਰ ਹੈ, ਵਾਹਿਗੁਰੂ ਦੀ ਕਿਰਪਾ ਹੈ। ਉਹ ਹਮੇਸ਼ਾ ਗੁਰੂ ਨੂੰ ਵਡਿਆਉਂਦੇ ਨੇ। ਤਾਂ ਉਹ ਫਕੀਰ ਮੁਸਲਮਾਨ ਜਿਹੜਾ ਅਜਮੇਰ ਸਿੰਘ ਬਣ ਗਿਆ ਸੀ, ਉਹਨੇ ਜਦੋਂ ਵੀ ਗੱਲ ਕਰਨੀ ਉਹਨੇ ਆਖਣਾ ਗੁਰੂ ਕੀ ਮਹਿਮਾ ਹੈ। ਉਹਦਾ ਨਾਂ ਹੀ ਲੋਕਾਂ ਨੇ ਮਹਿਮਾ ਸਿੰਘ ਰੱਖ ਛੜਿਆ। ਅਤੇ ਉਹ ਮੁਸਲਮਾਨ ਫਕੀਰ ਸਿੱਖ ਬਣ ਕੇ ਅਖੀਰ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਿਹਾ। ਨੰਦੇੜ ਦੀ ਧਰਤੀ ਤੱਕ ਨਾਲ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਛੱਤੇ ਆਣੇ ਪਿੰਡ ਤੋਂ ਹੁੰਦੇ ਹੋਏ ਮਾਲਵੇ ਵਿੱਚ ਪ੍ਰਚਾਰ ਕਰਦੇ ਕਰਦੇ ਗੁਰਦੇਵ ਪਾਤਸ਼ਾਹ ਜੀ ਪੱਕੇ ਪਿੰਡ ਪਹੁੰਚੇ ਨੇ। ਪੱਕੇ ਪਿੰਡ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਾਈ ਡੱਲਾ ਆਇਆ ਹੈ। ਭਾਈ ਡੱਲਾ ਇੱਕ ਚੌਧਰੀ ਸੀ, ਇਹਦੇ ਕੋਲ ਬੜੇ ਸਿਪਾਹੀ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਗੁਰਦੇਵ ਪਾਤਸ਼ਾਹ ਜੀ ਉਹ ਕਿਰਪਾ ਕਰੋ, ਮੇਰੇ ਨਗਰ ਤਲਵੰਡੀ ਤੁਸੀਂ ਚਰਨ ਪਾਓ ਮੇਰੇ ਘਰ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਡੱਲੇ ਦੀ ਬੇਨਤੀ ਪ੍ਰਵਾਨ ਕਰਕੇ ਸਾਬੋ ਕੀ ਤਲਵੰਡੀ ਪਹੁੰਚੇ ਨੇ। ਹੁਣ ਵੇਖੋ ਇਤਿਹਾਸ ਦੇ ਵਿੱਚ ਕਿੰਨੀ ਪਿਆਰੀ ਇਹ ਸਿੱਖਿਆ ਸਾਨੂੰ ਮਿਲਦੀ ਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਵਿੱਚੋਂ ਯਾਤਰਾ ਆਰੰਭ ਕੀਤੀ ਸੀ ਅਤੇ ਤਲਵੰਡੀ ਵਿੱਚ ਹੀ ਮਹਾਰਾਜ ਨੇ ਸੰਪੂਰਨ ਕਰ ਦਿੱਤੀ। ਕਦੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਤਲਵੰਡੀ ਦੀ ਧਰਤੀ ਤੋਂ ਇਹ ਯਾਤਰਾ ਸ਼ੁਰੂ ਕੀਤੀ ਸੀ, ਇਹ ਪੰਥ ਨੂੰ ਆਰੰਭ ਕੀਤਾ ਸੀ, ਜਿਹਨੂੰ ਜੋਗੀਆਂ ਨੇ ਆਖਿਆ ਵੀ ਨਾਨਕ ਨਿਰਮਲ ਪੰਥ ਚਲਾਇਆ। ਕਿਉਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਤਲਵੰਡੀ ਦੇ ਵਿੱਚ ਹੋਇਆ ਸੀ। ਹੁਣ 10ਵੇਂ ਜਾਮੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ, ਇੱਕ ਉਹ ਨਗਰ ਹੈ ਤਲਵੰਡੀ ਜਿਹਨੂੰ ਸਾਬੋ ਕੀ ਤਲਵੰਡੀ ਕਿਹਾ ਜਾਂਦਾ ਹੈ ਪੰਜਾਬ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਇੱਥੇ ਆਉਂਦੇ ਨੇ। ਇੱਥੇ ਰਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 3-4 ਵੱਡੇ ਕਾਰਜ ਕੀਤੇ ਨੇ। ਜਦੋਂ ਆਪਾਂ ਸਾਬੋ ਕੀ ਤਲਵੰਡੀ ਜਾਈਏ ਅਤੇ ਸਾਨੂੰ ਉੱਥੋਂ ਕੁਝ ਚੀਜ਼ਾਂ ਜਿਹੜੀਆਂ ਨੇ ਸਿੱਖਣ ਨੂੰ ਮਿਲਦੀਆਂ ਨੇ। ਪਹਿਲੀ ਚੀਜ਼ ਇਹ ਕਿ ਗੁਰੂ ਪਾਤਸ਼ਾਹ ਜੀ ਨੇ ਗੁਰੂ ਪੰਥ ਜਿਹੜਾ ਉਹ ਮੁਕੰਮਲ ਕਰ ਦਿੱਤਾ। ਦੂਸਰਾ, ਸਤਿਗੁਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਮੁਕੰਮਲ ਸੰਪੂਰਨ ਕੀਤਾ ਇਸ ਧਰਤੀ 'ਤੇ। ਤੀਸਰਾ, ਇਸ ਧਰਤੀ ਦੇ ਉੱਤੋਂ ਇਹ ਪਤਾ ਲੱਗੇਗਾ ਵੀ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਤੇ ਚੌਥੀ ਗੱਲ ਜਿਹੜੀ ਹੈ ਉਹ ਬੜੀ ਪਿਆਰੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਗੱਲ ਦਾ ਪਤਾ ਲੱਗਿਆ ਵੀ ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਵੀ ਮੇਰਾ ਅਸਲ ਪੁੱਤਰ ਕੌਣ ਹੈ। ਇਹ 3-4 ਚੀਜ਼ਾਂ ਸਾਬੋ ਕੀ ਤਲਵੰਡੀ ਦਮਦਮੇ ਦੀ ਧਰਤੀ 'ਤੇ ਜਦੋਂ ਪਹੁੰਚਦੇ ਆ, ਦਮਦਮਾ ਨਾਂ ਵੀ ਇਸ ਦਾ ਤਾਂ ਪਿਆ, ਬੜੇ ਲੰਮੇ ਸਮੇਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇਸ ਥਾਂ 'ਤੇ ਆਪਣਾ ਕਮਰ ਕੱਸਾ ਖੋਲ੍ਹਿਆ ਸੀ ਅਤੇ ਦਮ ਲਿਆ ਸੀ। ਦਮ ਦਾ ਅਰਥ ਹੁੰਦਾ ਸਾਹ। ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜ਼ਿੰਦਗੀ ਜਿਹੜੀ ਹੈ ਉਹ ਜੰਗਾਂ ਯੁੱਧਾਂ ਵਿੱਚ ਰਹੀ। ਮਹਾਰਾਜ ਨੇ ਬੜਾ ਲੰਮਾ ਪੈਂਡਾ ਤੈਅ ਕੀਤਾ ਅਤੇ ਇਸ ਧਰਤੀ 'ਤੇ ਆ ਕੇ ਸਾਬੋ ਕੀ ਤਲਵੰਡੀ 'ਤੇ ਦਮ ਲਿਆ, ਕਮਰ ਕੱਸੇ ਨੂੰ ਖੋਲ੍ਹਿਆ। ਇਸ ਥਾਂ ਦਾ ਨਾਂ ਪੈ ਗਿਆ ਦਮਦਮਾ।
ਅੱਜ ਕੱਲ੍ਹ ਆਪਾਂ ਸਤਿਕਾਰ ਨਾਲ ਇਹ ਪੰਜਵਾਂ ਤਖਤ ਵੀ ਹੈ ਅਤੇ ਆਪਾਂ ਦਮਦਮਾ ਸਾਹਿਬ ਕਹਿੰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਰਹਿ ਕੇ ਬਹੁਤ ਸਮਾਂ ਗੁਰਮਤਿ ਦਾ, ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਬੜੀ ਰਹਿਮਤ ਕੀਤੀ। ਰੋਜ਼ਾਨਾ ਇੱਥੇ ਦੀਵਾਨ ਸੱਜਦੇ ਸਨ ਅਤੇ 80,000 ਦੀ ਤਾਦਾਦ ਵਿੱਚ ਇੱਥੇ ਸਿੱਖਾਂ ਨੇ ਅੰਮ੍ਰਿਤ ਛਕਿਆ ਹੈ। ਇਸ ਧਰਤੀ 'ਤੇ ਇੰਨੀ ਭਾਰੀ ਤਾਦਾਦ ਵਿੱਚ ਸਿੱਖ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਜੁੜੇ ਸਨ। 80,000 ਬੜੀ ਵੱਡੀ ਗਿਣਤੀ ਹੁੰਦੀ ਹੈ। ਉਹਨਾਂ ਸਮਿਆਂ ਵਿੱਚ ਦੂਰੋਂ ਦੂਰੋਂ ਜਿੱਥੇ ਵੀ ਸਿੱਖਾਂ ਨੂੰ ਪਤਾ ਲੱਗਿਆ ਮਹਾਰਾਜ ਦੇ ਦੀਦਾਰ ਕਰਨ ਆਉਂਦੇ ਅਤੇ ਅੰਮ੍ਰਿਤ ਛਕਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਹੀ ਸਾਹਿਬਜ਼ਾਦੀਆਂ ਦੀਆਂ ਗਾਥਾਵਾਂ ਸੁਣਾਉਂਦੇ। ਜਦੋਂ ਸ਼ਹੀਦੀ ਦੀਆਂ ਗਾਥਾਵਾਂ ਸੁਣਦੇ ਅਤੇ ਲੋਕਾਂ ਦੇ ਹਿਰਦੇ ਕੰਬ ਉੱਠਦੇ ਸਨ ਵੀ ਇਹੋ ਜਿਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਣਾ ਵਰਤਿਆ। ਚਮਕੌਰ ਵਿੱਚ, ਆਨੰਦਪੁਰ ਵਿੱਚ ਪਰਿਵਾਰ ਵਿਛੋੜਾ ਹੋਇਆ, ਸਰਸਾ ਨਦੀ ਕਿਨਾਰੇ, ਸਰਹੰਦ ਵਿੱਚ ਸਤਿਗੁਰ ਪਾਤਸ਼ਾਹ ਜੀ ਜਦੋਂ ਸੁਣਾਉਂਦੇ ਸਨ ਅਤੇ ਲੋਕ ਸੁਣਦੇ ਹੋਏ ਵੈਰਾਗ ਵਿੱਚ ਆ ਜਾਂਦੇ ਸਨ। ਜਿਹੜਾ ਭਾਈ ਡੱਲਾ ਸੀ ਨਾ, ਇਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਵੀ ਮਹਾਰਾਜ ਨੇ ਕੋਈ ਗੱਲ ਕਰਨੀ ਨਾ ਅਤੇ ਇਹਨੇ ਇੱਕੋ ਗੱਲ ਆਖਣੀ, ਕਹਿ ਲੱਗੇ ਵੀ ਸਤਿਗੁਰ ਪਾਤਸ਼ਾਹ ਜੀਓ, ਜੇ ਕਿਤੇ ਮੈਂ ਅਤੇ ਮੇਰੀ ਫੌਜ ਤੁਹਾਡੇ ਨਾਲ ਹੁੰਦੀ ਤਾਂ ਅੱਜ ਮੰਜ਼ਰ ਕੁਝ ਹੋਰ ਹੋਣਾ ਸੀ। ਇਹਨੇ ਹਮੇਸ਼ਾ ਇੱਕੋ ਹੀ ਗੱਲ ਕਹਿਣੀ। ਵੇਖਣਾ ਹੁਣ ਸਿੱਖ ਕਿਹੋ ਜਿਹਾ ਹੁੰਦਾ ਹੈ। ਜਦੋਂ ਵੀ ਮਹਾਰਾਜ ਨੇ ਕੋਈ ਗੱਲ ਕਰਨੀ ਉਹਨੇ ਇੱਕੋ ਗੱਲ ਆਖਣੀ, ਸਤਿਗੁਰੂ ਜੀਓ ਮੈਂ ਹੁੰਦਾ, ਮੇਰੀ ਫੌਜ ਹੁੰਦੀ ਅਤੇ ਅੱਜ ਸ਼ਾਇਦ ਮੰਜ਼ਰ ਕੁਛ ਹੋਰ ਹੁੰਦਾ। ਇੱਕ ਦਿਨ ਲਾਹੌਰ ਤੋਂ ਇੱਕ ਲੁਹਾਰ ਆਇਆ ਕੁਝ ਸ਼ਸਤਰ ਲੈ ਕੇ। ਇੱਕ ਨਵੀਂ ਬੰਦੂਕ ਉਹਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਭੇਟਾ ਕੀਤੀ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਉਸ ਬੰਦੂਕ ਨੂੰ ਪਰਖਣ ਵਾਸਤੇ ਡੱਲੇ ਨੂੰ ਆਖਿਆ ਵੀ ਡੱਲਿਆ, ਬੰਦੂਕ ਨਵੀਂ ਹੈ ਅਤੇ ਬੜੀ ਸੁੰਦਰ ਹੈ, ਪਰ ਇਹਦੀ ਸੁੰਦਰਤਾ ਤਾਂ ਹੀ ਹੈ ਜੇ ਇਹ ਚੱਲਣ ਵਿੱਚ ਕਹਿ ਲੱਗੇ ਚੰਗੀ ਹੋਵੇ ਅਤੇ ਇਹਦਾ ਨਿਸ਼ਾਨਾ ਚੰਗਾ ਹੋਵੇ। ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਵੀ ਇਹਦਾ ਨਿਸ਼ਾਨਾ ਅਸੀਂ ਪਰਖਣਾ ਹੈ। ਅਤੇ ਡੱਲਿਆ ਤੂੰ ਰੋਜ਼ ਹੀ ਆਖਣਾ ਹੈ ਵੀ ਪਾਤਸ਼ਾਹ ਜੀਓ ਕਿ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ। ਅਤੇ ਮਹਾਰਾਜ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਵੀ ਮੇਰੇ ਨਾਲ ਤਾਂ ਪਰਮੇਸ਼ਰ ਸੀ, ਪ੍ਰਭੂ ਸੀ, ਖੁਦਾ ਸੀ, ਅਤੇ ਜਿਹਦੇ ਨਾਲ ਖੁਦਾ ਹੋਵੇ ਉਹਨੂੰ ਦੁਨੀਆ ਦੇ ਕਿਸੇ ਸਹਾਰਿਆਂ ਦੀ ਲੋੜ ਨਹੀਂ ਪੈਂਦੀ। ਪਰ ਫਿਰ ਵੀ ਕਹਿਣ ਲੱਗੇ ਜੇ ਤੂੰ ਮਾਣ ਬੜਾ ਕਰਦਾ ਨਾ ਆਪਣੇ ਅਤੇ ਆਪਣੀ ਫੌਜ ਦੇ, ਕਹਿ ਲੱਗੇ ਤੂੰ ਆਪਣਾ ਜਵਾਨ ਲੈ ਕੇ ਆ, ਕੋਈ ਅਸੀਂ ਪਰਖ ਕਰਨੀ। ਅਤੇ ਹੁਣ ਡੱਲੇ ਦੇ ਪੈਰਾਂ ਵਿੱਚੋਂ ਥੱਲਿਓਂ ਜ਼ਮੀਨ ਖਿਸਕ ਗਈ ਵੀ ਇਹ ਕਿਹੋ ਜਿਹੀ ਪਰਖ ਹੈ। ਮਹਾਰਾਜ ਕਹਿਣ ਲੱਗੇ ਵੀ ਲੈ ਕੇ ਆ। ਉਹ ਗਿਆ ਆਪਣੇ ਸਿਪਾਹੀਆਂ ਕੋਲ, ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਮਹਾਰਾਜ ਨੇ ਪਰਖ ਕਰਨੀ। ਉਹਨਾਂ ਆਖਿਆ ਭਾਈ ਬੰਦੂਕਾਂ ਦੀਆਂ ਪਰਖਾਂ ਜਿਹੜੀਆਂ ਨਾ ਉਹ ਜੰਗਲਾਂ ਵਿੱਚ ਜਾ ਕੇ ਸ਼ਿਕਾਰ ਖੇਡਦੇ ਨੇ, ਉੱਥੇ ਪਰਖਾਂ ਕੀਤੀਆਂ ਜਾਂਦੀਆਂ ਨੇ। ਜੰਗਾਂ ਯੁੱਧਾਂ ਵਿੱਚ ਪਰਖਾਂ ਹੁੰਦੀਆਂ ਨੇ। ਐਵੇਂ ਥੋੜ੍ਹਾ ਕੋਈ ਬਿਨਾਂ ਆਈ ਮੌਤ ਕਹਿਣ ਲੱਗੇ ਅੱਗੇ ਬੰਦੂਕ ਅੱਗੇ ਖਲੋ ਜਾਵੇ ਜਾ ਕੇ। ਹੁਣ ਉਹਨੇ ਯਤਨ ਕੀਤਾ, ਬੜੇ ਲਾਲਚ ਵੀ ਦਿੱਤੇ, ਤੁਹਾਨੂੰ ਇੰਨੀ ਮਾਇਆ ਦੇਵਾਂਗਾ, ਪੈਸਾ ਦਿਆਂਗਾ, ਤੁਹਾਨੂੰ ਸਵਰਗ ਮਿਲੇਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬੰਦੂਕ ਅੱਗੇ ਜਾ ਖਲੋ ਜਾਵੋ। ਪਰ ਕਿਹੜਾ ਜਾ ਕੇ ਅੱਗੇ ਖਲੋਵੇ। ਅਖੀਰ 'ਤੇ ਸ਼ਰਮਸਾਰ ਹੋਇਆ, ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ। ਸਤਿਗੁਰੂ ਕੋਈ ਵੀ ਮੰਨਿਆ ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਤੂੰ ਤਾਂ ਜਰਨੈਲ, ਅਤੇ ਜਰਨੈਲ ਅਤੇ ਕਹਿਣ ਲੱਗੇ ਫੌਜੀ ਵਿੱਚ ਮੈਦਾਨੇ ਜੰਗ ਵਿੱਚ ਕੀ ਫਰਕ ਹੁੰਦਾ ਹੈ। ਕਹਿਣ ਲੱਗੇ ਤੂੰ ਹੀ ਖਲੋ ਜਾ ਅੱਗੇ, ਤੂੰ ਜੋ ਕਹਿਣਾ ਹੈ। ਉਹਨੇ ਵੀ ਹੱਥ ਜੋੜਤੇ, ਕਹਿਣ ਲੱਗਾ ਸਤਿਗੁਰੂ ਮੇਰੇ ਵਿੱਚ ਵੀ ਇੰਨੀ ਹਿੰਮਤ ਨਹੀਂ ਕਿ ਮੈਂ ਬੰਦੂਕ ਅੱਗੇ ਖਲੋ ਸਕਾਂ। ਇੰਨੇ ਚਿਰ ਨੂੰ ਮਹਾਰਾਜ ਨੇ ਫਿਰ ਆਵਾਜ਼ ਮਾਰੀ। ਇਤਿਹਾਸਕਾਰ ਲਿਖਦੇ ਨੇ ਦੋ ਸਿੱਖ ਪਿਓ ਪੁੱਤ, ਇੱਕ ਦਸਤਾਰ ਸਜਾਉਂਦਾ ਸੀ ਪਿਆ, ਇੱਕ ਆਟੇ ਦੀ ਸੇਵਾ ਪਿਆ ਕਰਦਾ, ਆਟਾ ਗੁੰਨਦਾ ਸੀ ਪਿਆ। ਮਹਾਰਾਜ ਨੇ ਆਵਾਜ਼ ਮਾਰੀ ਭਾਈ ਕੋਈ ਸਿੱਖ ਹੈ, ਬੰਦੂਕ ਦੀ ਪਰਖ ਕਰਨੀ। ਜਦੋਂ ਇੰਨੀ ਗੱਲ ਉਹ ਸੁਣਦੇ ਨੇ ਅਤੇ ਦੌੜ ਕੇ ਆ ਜਾਂਦੇ ਨੇ। ਇੱਕ ਨੇ ਇਸ ਤਰ੍ਹਾਂ ਦਸਤਾਰ ਫੜੀ ਹੋਈ ਹੈ, ਅਜੇ ਅੱਧੀ ਦਸਤਾਰ ਸਜਾਈ ਹੈ, ਅਤੇ ਇੱਕ ਦੇ ਹੱਥ ਆਟੇ ਨਾਲ ਲਿਬੜੇ ਹੋਏ ਨੇ, ਹੱਥ ਧੋਤੇ ਵੀ ਨਹੀਂ। ਦੌੜ ਕੇ ਆ ਗਏ, ਮਹਾਰਾਜ ਦੇ ਅੱਗੇ ਖਲੋ ਗਏ ਅਤੇ ਦੋਵੇਂ ਲੜਨ ਲੱਗ ਪਏ ਪਿਓ ਪੁੱਤ। ਡੱਲੇ ਨੇ ਸੋਚਿਆ ਵੀ ਸ਼ਾਇਦ ਇਸ ਕਰਕੇ ਲੜਦੇ ਨੇ ਵੀ ਪਹਿਲਾਂ ਤੂੰ ਅੱਗੇ ਹੋ, ਪਹਿਲਾਂ ਤੂੰ ਅੱਗੇ ਹੋ। ਪਰ ਨਹੀਂ, ਉੱਥੇ ਮੰਜ਼ਰ ਕੁਛ ਹੋਰ ਸੀ। ਪਿਓ ਪੁੱਤ, ਪਿਓ ਕਹਿੰਦਾ ਵੀ ਮੈਂ ਅੱਗੇ ਹੋਣਾ, ਪੁੱਤ ਕਹਿੰਦਾ ਨਹੀਂ ਪਹਿਲਾਂ ਮੈਂ ਅੱਗੇ ਹੋਣਾ।
महाराज ने एक सिख नूं आवाज़ मारी सी, आ गए दो। एक आखे भी पहला मैं अगे होना, दूजा आखे नहीं मैं अगे होना। महाराज ने आख्या तुसी दोवें खलो जाओ। हुण एक दे हत्थ आटे नाल लिबड़े ने, एक ने इस तरह अद्धी दस्तार सजाई है, अजे अद्धी हाथ विच फड़ी, दोवें अगे खलो गए। महाराज ने वो गोली चलाई तो हवा दे विच उत्ते, ते डल्ला वेखदा ही रह गया। महाराज ने आख्या डलिया इहो जे सिख सिदकी सिख सन ਜਿਹੜੇ मौत तो डरते नहीं, इहो जे सिख ही चमकौर दे विच तोड़ निभा गए। जे किते तेरे सिपाही तेरे वर्गे हुंदे ते उन्हां ने कदे दा दौड़ जाना सी। सतगुर सच्चे पातशाह जी दे चरनां दे विच इहो जे सिखां नूं वेख के डल्ला जिहड़ा है ना, वो महाराज पातशाह जी दे चरनां विच एक बेनती करदा है, सतगुरु मैनू भी इहो जी सिੱਖੀ दी दात बख्शो। ते महाराज ने आख्या डलिया सिੱਖੀ उत्ते सिੱਖੀ कदे नहीं टिकिया करदी। पातशाह जी वो भाव महाराज कह लगे भलिया पहला हरदे विचों हंकार कढ़, इस गल का भी मैं चौधरी हाँ, मैं बड़ा ताकतवर सूरमा वा, पहला हंकार कढ़। ते फिर जाके कह लगे खंडे बाटे की दात लै, अमृत छक के कह लगे डला सिंह बन। फिर कह लगे तेनू गुरु गोबिंद सिंह के चरनां विच थां मिलेगी, ते पीढ़ी जिनी थां। डल्ला हंकार दा राह छड्ड के अमृत छक के सारे परिवार समेत महाराज के चरनां विच मत्था टेकिया, सिੱਖੀ धारण की, तां जाके महाराज के चरनां विच पीढ़ी जिनी थां मिली। इसे नगर विच सतगुर सच्चे पातशाह जी ने रह के होर रहमतां बख्शिशां कीतियां ने। उनकी विचार आपां अगले दीवानां विच साझी करांगे। किवें महाराज सच्चे पातशाह जी ने बाणी दा जिहड़ा संपूर्णता कीती है, किवें पुत्रां दा मान दिता है। सतगुर सच्चे पातशाह जी किरपा करन, रहमत करन, होइयां भुलां चुकां दी खिमा। वाहिगुरू जी का खालसा, वाहिगुरू जी।